ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਅਜਿਹੇ ਮੁੱਦੇ ਬਾਰੇ ਗੱਲ ਕਰਾਂਗੇ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ। ਉੱਥੇ ਹੀ ਚਰਚਾ ਦੇ ਨਾਲ ਨਾਲ ਇੱਕ ਰਾਜਨੀਤੀ ਦੀ ਭੇਂਟ ਵੀ ਚੜ੍ਹਦਾ ਜਾ ਰਿਹਾ। ਸਾਰੀ ਸਿਆਸੀ ਧਿਰਾਂ ਇਸ 'ਤੇ ਲਗਾਤਾਰ ਰਾਜਨੀਤੀ ਕਰ ਰਹੀਆਂ ਨੇ। ਜੀ ਹਾਂ ਦੋਸਤੋ, ਇਹ ਮੁੱਦਾ ਪਰਾਲੀ ਦਾ ਵੀ ਕਿ ਇਹਨਾਂ ਦਿਨਾਂ ਦੇ ਵਿੱਚ ਪਰਾਲੀ ਪ੍ਰਦੂਸ਼ਣ ਦਾ ਮਾਮਲਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਚਾਹੇ ਗੱਲ ਕਰੀਏ ਪੰਜਾਬ ਦੀ, ਹਰਿਆਣਾ ਦੀ ਜਾਂ ਕੌਮੀ ਰਾਜਧਾਨੀ ਦਿੱਲੀ ਦੀ ਹੋਵੇ, ਤਾਂ ਸਾਰੀਆਂ ਸਰਕਾਰਾਂ, ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਮੁੱਦੇ 'ਤੇ ਲਗਾਤਾਰ ਇੱਕ ਦੂਜੇ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ। ਪਰ ਗੱਲ ਇਸ ਮੁੱਦੇ 'ਤੇ ਕਰਾਂਗੇ ਵੀ ਕਿ ਇਸ ਪਰਾਲੀ ਦੇ ਮੁੱਦੇ 'ਤੇ ਜਿੱਥੇ ਇੱਕ ਦੂਜੇ ਨੂੰ ਘੇਰ ਰਹੀਆਂ ਨੇ, ਦੂਸ਼ਣਬਾਜ਼ੀ ਕਰ ਰਹੀਆਂ ਨੇ, ਪਰ ਲੋੜ ਉੱਥੇ ਸਭ ਤੋਂ ਵੱਡੀ ਇਹੀ ਹੈ ਵੀ ਕਿ ਸਾਨੂੰ ਪਰਾਲੀ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੀ ਥਾਂ ਇਸ ਦਾ ਢੁਕਵਾਂ ਹੱਲ ਲੱਭਣ ਦੀ ਲੋੜ ਹੈ। ਜੀ ਹਾਂ ਦੋਸਤੋ, ਜਿਵੇਂ ਕਿ ਪਰਾਲੀ ਦਾ ਮੁੱਦਾ ਇਸ ਸਮੇਂ ਉੱਭਰ ਕੇ ਸਾਹਮਣੇ ਆ ਰਿਹਾ ਵੀ ਕਿ ਪੰਜਾਬ ਦੀ ਸਰਕਾਰ ਹੋਵੇ, ਹਰਿਆਣੇ ਦੀ ਹੋਵੇ, ਦਿੱਲੀ ਦੀ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਸਾਰੀ ਰਾਜਨੀਤਿਕ ਪਾਰਟੀਆਂ, ਸਾਰੀਆਂ ਸਰਕਾਰਾਂ ਇੱਕ ਦੂਜੇ 'ਤੇ ਲਗਾਤਾਰ ਦੂਸ਼ਣਬਾਜ਼ੀਆਂ ਕਰ ਰਹੀਆਂ ਨੇ ਵੀ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਜਿਹੜਾ ਇਸ ਸਮੇਂ ਪ੍ਰਦੂਸ਼ਣ ਹੋਇਆ ਉਹ ਪੰਜਾਬ ਕਰਕੇ ਹੋ ਰਿਹਾ, ਉਹ ਹਰਿਆਣੇ ਕਰਕੇ ਹੋ ਰਿਹਾ ਜਾਂ ਉਸਦੇ ਕੁਝ ਹੋਰ ਕਾਰਨ ਨੇ। ਇਸ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਨੂੰ ਘੇਰ ਰਹੀਆਂ ਨੇ। ਪਰ ਇਹ ਗੱਲ ਮੰਨਣ ਵਾਲੀ ਹੈ, ਉਸ ਪ੍ਰਦੂਸ਼ਣ ਦੇ ਪਿੱਛੇ ਸਾਰਿਆਂ ਦਾ ਹੀ ਹੱਥ ਹੈ, ਸਾਰਿਆਂ ਦੇ ਹੀ ਕਾਰਨ ਹੈ ਅਤੇ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀਆਂ ਸਰਕਾਰਾਂ ਦੀ ਬਣਦੀਆਂ ਵੀ ਕਿ ਸਰਕਾਰਾਂ ਦੀ ਨਲਾਇਕੀ ਕਹਿ ਲਈਏ, ਉਹਨਾਂ ਦੀ ਅਣਦੇਖੀ ਕਰਕੇ ਇਹ ਪ੍ਰਦੂਸ਼ਣ ਹੋ ਰਿਹਾ ਵੀ ਕਿ ਉਹ ਢੁਕਵੇਂ ਹੱਲ ਜਿਹੜੇ ਨੇ ਨਹੀਂ ਕੱਢ ਪਾ ਰਹੀਆਂ। ਦੋਸਤੋ, ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਨੇ ਚੱਲ ਰਹੇ ਨੇ। ਸਾਡੀਆਂ ਸਰਕਾਰਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ ਅਤੇ ਉਹ ਲਗਾਤਾਰ ਪਰਾਲੀ ਦੇ ਜਿਹੜਾ ਹੈਗਾ ਗੱਲਾਂ ਕਰਦੀਆਂ ਨੇ ਵੀ ਕਿ ਅਸੀਂ ਪਰਾਲੀ ਸਾੜਨ ਦੀ ਘਟਨਾਵਾਂ ਨੂੰ ਘਟਾਵਾਂਗੇ, ਪਰਾਲੀ ਸਾੜਨ ਨੂੰ ਬੰਦ ਕਰਾ ਦਾਂਗੇ, ਇਸ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ। ਕਈ ਤਰ੍ਹਾਂ ਦੇ ਜਿਹੜਾ ਇਸ ਤਰ੍ਹਾਂ ਦੇ ਉਹ ਦਾਅਵੇ ਕਰਦੀਆਂ ਨੇ, ਪਰ ਇਹ ਦਾਅਵੇ ਜਿਉਂ ਦੇ ਤਿਉਂ ਦਿਖਾਈ ਦਿੰਦੇ ਨੇ। ਹਰ ਸਾਲ ਜਦੋਂ ਵੀ ਝੋਨੇ ਦਾ ਸੀਜ਼ਨ ਆਉਂਦਾ, ਝੋਨੇ ਦੀ ਵਾਢੀ ਦੇ ਸਮੇਂ ਤਾਂ ਇਹ ਪਰਾਲੀ ਦਾ ਮੁੱਦਾ ਮੁੜ ਉੱਭਰ ਕੇ ਸਾਹਮਣੇ ਆ ਜਾਂਦਾ ਅਤੇ ਰਾਜਨੀਤਿਕ ਪਾਰਟੀਆਂ ਇਸ 'ਤੇ ਮੁੜ ਰਾਜਨੀਤੀ ਸ਼ੁਰੂ ਕਰ ਦਿੰਦੀਆਂ ਨੇ। ਗੱਲ ਕਰੀਏ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਵੱਡੇ ਦਾਅਵੇ ਕੀਤੇ ਗਏ ਸੀ। ਕਈ ਤਰ੍ਹਾਂ ਦੇ ਜਿਹੜਾ, ਚਾਹੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਸਾਰਿਆਂ ਨੇ ਜਿਹੜਾ ਹੈਗਾ ਆਪੋ ਆਪਣੇ ਢੰਗ ਤਰੀਕਿਆਂ ਨਾਲ ਕਈ ਤਰ੍ਹਾਂ ਦੇ ਗੱਲਾਂ ਜਿਹੜੀਆਂ ਪੰਜਾਬੀਆਂ ਦੇ ਸਾਹਮਣੇ ਰੱਖੀਆਂ ਵੀ ਕਿ ਇਹਨਾਂ ਢੰਗ ਤਰੀਕਿਆਂ ਨਾਲ ਪਰਾਲੀ ਦਾ ਜਿਹੜਾ ਨਿਪਟਾਰਾ ਕੀਤਾ ਜਾ ਸਕਦਾ, ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘਟਾਇਆ ਜਾ ਸਕਦਾ। ਪਰ ਗੱਲ ਕਰੀਏ ਤਾਂ ਅੱਜ 7 ਮਹੀਨੇ ਜਿਹੜੇ ਸਰਕਾਰ ਨੂੰ ਬੀਤ ਚੁੱਕੇ ਨੇ ਅਤੇ ਪਹਿਲਾ ਸੀਜ਼ਨ ਝੋਨੇ ਦਾ ਜਿਹੜਾ ਸਰਕਾਰ ਦਾ ਚੱਲ ਰਿਹਾ ਅਤੇ ਉਹ ਸਾਰੀਆਂ ਗੱਲਾਂ ਜਾਂ ਉਹ ਸਾਰੇ ਦਾਅਵੇ ਸਰਕਾਰ ਦੇ ਉਲਟੇ ਪੈਂਦੇ ਦਿਖਾਈ ਦੇ ਰਹੇ ਨੇ। ਅਤੇ ਉਸ ਦੇ ਨਾਲ ਹੀ ਭਾਜਪਾ ਲਗਾਤਾਰ, ਜੋ ਕਿ ਕੇਂਦਰ 'ਚ ਵੀ ਕਾਬਜ਼ ਹੈ ਅਤੇ ਗੁਆਂਢੀ ਸੂਬੇ ਹਰਿਆਣੇ 'ਚ ਵੀ ਹੈ, ਉਹ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਹੋਰ ਹੋਣ, ਉਹਨਾਂ ਨਾਲ ਮਿਲ ਕੇ ਹੱਲ ਕੱਢਣ ਦੀ ਥਾਂ 'ਤੇ ਉਹ ਵੀ ਲਗਾਤਾਰ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਰਾਜਨੀਤਿਕ ਪਾਪੜ ਵੇਲ ਰਹੀ ਹੈ। ਅਤੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ 'ਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਜੋ ਆંકੜੇ ਆ ਰਹੇ ਨੇ ਵੀ ਕਿ 20% ਵੱਧ ਜਿਹੜਾ ਹੈਗਾ ਅੱਗਜਣੀ ਦੀਆਂ ਘਟਨਾਵਾਂ ਹੋਈਆਂ। ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀਗਾ, ਜਾਗਰੂਕ ਕੀਤਾ ਜਾ ਰਿਹਾ ਸੀ, ਪਰ ਫਿਰ ਵੀ ਜਿਹੜਾ ਹੈਗਾ ਇਹ ਘਟਨਾਵਾਂ ਵੱਧ ਰਹੀਆਂ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਭਾਵੇਂ ਨਰਮੀ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਸੀ ਵੀ ਕਿ ਅਸੀਂ ਉਹਨਾਂ 'ਤੇ ਨਰਮ ਰੁਖ ਅਖਤਿਆਰ ਕਰਾਂਗੇ। ਮੁੱਖ ਮੰਤਰੀ ਵੀ ਜਿਹੜੇ ਨੇ ਕਿਸਾਨਾਂ ਦੀ ਹਮਾਇਤ ਕਰਦੇ ਦਿਖਾਈ ਦਿੱਤੇ ਨੇ, ਪਿੱਠ ਥਾਪੜਦੇ ਦਿਖਾਈ ਦਿੱਤੇ ਨੇ, ਪਰ ਪੰਜਾਬ ਸਰਕਾਰ ਨੇ ਕਿਸਾਨਾਂ 'ਤੇ ਕਿਤੇ ਨਾ ਕਿਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਕਿ ਪੰਜਾਬ ਸਰਕਾਰ ਵੱਲੋਂ ਮਾਲ ਰਿਕਾਰਡ ਦੇ ਵਿੱਚ ਜਿਹੜਾ ਹੈਗਾ ਹੁਣ ਤੱਕ ਪਤਾ ਲੱਗ ਰਿਹਾ ਵੀ ਕਿ 2400 ਦੇ ਕਰੀਬ ਕਿਸਾਨਾਂ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀਆਂ ਕਰ ਦਿੱਤੀਆਂ। ਇਹਨਾਂ ਕਿਸਾਨਾਂ ਵੱਲੋਂ ਜਿਹੜਾ ਪਰਾਲੀ ਸਾੜੀ ਗਈ ਸੀਗੀ ਆਪਣੇ ਖੇਤਾਂ ਦੇ ਵਿੱਚ, ਅਜਿਹੇ ਸਰਕਾਰ ਦੇ ਦਾਅਵੇ ਨੇ ਜੋ ਹਕੀਕਤ ਕੀ ਹੈ ਇਹ ਤਾਂ ਸਭ ਦੇ ਸਾਹਮਣੇ ਹੈ, ਜਾਂ ਸਰਕਾਰ ਤੋਂ ਕੁਝ ਲੁਕਿਆ ਨਹੀਂ ਹੈ। ਅਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਦੇ ਵਿੱਚ 26,000 ਤੋਂ ਵੱਧ ਜਿਹੜਾ ਹੈਗਾ ਅੱਗਜਣੀ ਦੀਆਂ ਘਟਨਾਵਾਂ ਕੱਲ੍ਹ ਸ਼ਾਮ ਤੱਕ ਰਿਪੋਰਟ ਹੋਈਆਂ ਵੀ ਕਿ 26,500 ਤੋਂ ਵੱਧ ਘਟਨਾਵਾਂ ਵਾਪਰੀਆਂ ਅਤੇ ਲੰਘੇ ਦਿਨ ਇੱਕ ਦਿਨ ਦੇ ਵਿੱਚ 2400 ਤੋਂ ਵੱਧ ਘਟਨਾਵਾਂ ਅੱਗਜਣੀਆਂ ਦੀ ਜਿਹੜਾ ਹੈਗਾ ਇੱਕ ਦਿਨ 'ਚ ਪੰਜਾਬ ਦੇ ਵਿੱਚ ਵਾਪਰੀਆਂ ਨੇ। ਅਤੇ ਸਭ ਤੋਂ ਮੋਹਰੀ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਰਿਹਾ ਸੰਗਰੂਰ, ਜਿੱਥੇ ਕਿ ਲਗਭਗ 450 ਦੇ ਕਰੀਬ ਅੱਗਜਣੀ ਦੀਆਂ ਘਟਨਾਵਾਂ ਵਾਪਰੀਆਂ ਨੇ।
ਤੇ ਇਹਨਾਂ ਸਾਰੀਆਂ ਘਟਨਾਵਾਂ ਤੇ ਨੱਥ ਪਾਉਣ 'ਚ ਸਾਡੀ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਸਾਬਤ ਹੋ ਰਹੀ ਹੈ। ਉਹ ਕੋਈ ਵੀ ਹੱਲ ਲੱਭਣ 'ਚ ਕਾਮਯਾਬ ਨਹੀਂ ਹੋ ਪਾ ਰਹੀ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਵੱਲੋਂ ਵੀ, ਜੋ ਕਿ ਭਾਜਪਾ ਸ਼ਾਸਿਤ ਪ੍ਰਦੇਸ਼ ਹੈ, ਭਾਜਪਾ ਕੇਂਦਰ 'ਚ ਵੀ ਕਾਬਜ਼ ਹੈ, ਆਪਣੇ ਆਪ ਨੂੰ ਡਬਲ ਇੰਜਨ ਦੀ ਸਰਕਾਰ ਦੱਸਦੀ ਹੈ ਹਰਿਆਣੇ ਦੀ, ਤਾਂ ਉੱਥੇ ਦੀ ਸਰਕਾਰ ਜਿਹੜੀ ਹੈ ਲਗਾਤਾਰ ਇਹ ਗੱਲਾਂ ਕਰ ਰਹੀ ਹੈ ਵੀ ਕਿ ਇਸ ਸਾਲ ਹਰਿਆਣੇ ਦੇ ਵਿੱਚ ਅਗਜਣੀ ਦੀਆਂ ਘਟਨਾਵਾਂ, ਜਿਹੜੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ, ਉਹ ਬਹੁਤ ਘੱਟ ਚੁੱਕੀਆਂ ਨੇ। ਅਤੇ ਉਹ ਜਿਹੜਾ ਉਸਦਾ ਤੁਲਨਾ ਪੰਜਾਬ ਨਾਲ ਕਰ ਰਹੀਆਂ ਨੇ ਵੀ ਕਿ ਪੰਜਾਬ ਦੇ ਮੁਕਾਬਲੇ 10% ਘਟਨਾਵਾਂ ਜਿਹੜੀਆਂ ਹੁਣ ਤੱਕ ਹਰਿਆਣੇ 'ਚ ਵਾਪਰੀਆਂ। ਪਰ ਇੱਥੇ ਦੱਸਣਯੋਗ ਇਹ ਵੀ ਵੱਡੀ ਗੱਲ ਆਉਂਦੀ ਹੈ ਵੀ ਕਿ ਹਰਿਆਣੇ ਦੇ ਵਿੱਚ ਉਸੇ ਹਿਸਾਬ ਸਿਰ ਖੇਤੀ ਦਾ ਰਕਬਾ ਵੀ ਪੰਜਾਬ ਦੇ ਮੁਕਾਬਲੇ 10% ਵੀ ਨਹੀਂ ਹੈ। ਵੀ ਕਿ ਝੋਨੇ ਦੀ ਜਿਹੜਾ ਬੁਆਈ ਦੇ ਹੇਠਾਂ ਰਕਬਾ ਆਉਂਦਾ ਉਹ ਵੀ ਬਹੁਤ ਘੱਟ ਹੈ। ਇਸ ਲਈ ਉੱਥੇ ਪਰਾਲੀ ਸਾੜਨ ਦੀ ਘਟਨਾਵਾਂ ਵੀ ਜਿਹੜੀ ਹੈਗੀਆਂ ਘੱਟ ਹੋਣੀਆਂ ਸੀ। ਪਰ ਉੱਥੇ ਚਾਹੇ ਹਰਿਆਣਾ ਸਰਕਾਰ ਹੋਵੇ, ਚਾਹੇ ਭਾਜਪਾ ਕਹਿ ਲਈਏ, ਉਹਨਾਂ ਵੱਲੋਂ ਲਗਾਤਾਰ ਪਰਾਲੀ ਦੇ ਮੁੱਦੇ 'ਤੇ ਇਹ ਰਾਜਨੀਤੀ ਕੀਤੀ ਜਾ ਰਹੀ ਹੈ। ਬਲਕਿ ਲੋੜ ਇਹ ਹੈ, ਚਾਹੇ ਪੰਜਾਬ ਦੀ ਸਰਕਾਰ ਹੋਵੇ, ਹਰਿਆਣੇ ਦੀ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ, ਸਾਰੀਆਂ ਸਰਕਾਰਾਂ ਨੂੰ ਰਲ ਮਿਲ ਕੇ ਇਸ ਮੁੱਦੇ 'ਤੇ ਹੱਲ ਕੱਢਣਾ ਚਾਹੀਦਾ। ਪਰ ਉਹ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ ਨੇ। ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ, LG ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਂਦਾ ਹੈ ਵੀ ਕਿ ਉਹ ਪ੍ਰਦੂਸ਼ਣ ਦੇ ਮਾਮਲੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਦੇ ਜਵਾਬ 'ਚ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਨੂੰ ਘੇਰਦੇ ਨੇ, ਭਾਜਪਾ 'ਤੇ ਦੋਸ਼ ਲਗਾਉਂਦੇ ਨੇ। ਇਸੇ ਤਰ੍ਹਾਂ ਹਰਿਆਣਾ ਪੰਜਾਬ 'ਤੇ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਹੈਗਾ ਦੂਸ਼ਣਬਾਜ਼ੀ ਕਰਨ ਲੱਗਾ ਹੋਇਆ, ਕੇਂਦਰ ਸਰਕਾਰ ਕਰਨ ਲੱਗੀ ਹੋਈ ਹੈ, ਚਾਹੇ ਉਹ ਪੰਜਾਬ ਸਰਕਾਰ 'ਤੇ, ਚਾਹੇ ਆਮ ਆਦਮੀ ਪਾਰਟੀ 'ਤੇ। ਉੱਥੇ ਹੀ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ 'ਤੇ ਜਿਹੜਾ ਹੈਗਾ ਸਾਰੀ ਚੀਜ਼ਾਂ ਸਿਰ ਗੇਰਨ ਲੱਗੀ ਹੋਈ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ 'ਚ ਇੱਕ ਚੀਜ਼ ਸਪਸ਼ਟ ਹੈ ਵੀ ਕਿ ਕੋਈ ਵੀ ਸਰਕਾਰ ਪਰਾਲੀ ਦੇ ਮੁੱਦੇ ਨੂੰ ਲੈ ਕੇ ਕੋਈ ਬਹੁਤੀ ਸੰਜੀਦਗੀ ਵਰਤਦੀ ਦਿਖਾਈ ਨਹੀਂ ਦੇ ਰਹੀ। ਉਹ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ। ਜੇ ਹੁਣ ਗੱਲ ਕਰੀਏ, ਅੱਜ 5 ਨਵੰਬਰ ਦਾ ਦਿਨ ਹੈਗਾ ਚੱਲ ਰਿਹਾ, ਅਤੇ ਮੌਸਮ ਵਿਭਾਗ ਦਾ ਪਤਾ ਲੱਗ ਰਿਹਾ ਵੀ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਪੈ ਸਕਦਾ ਹੈ, ਮੌਸਮ ਖਰਾਬ ਹੋ ਸਕਦਾ ਹੈ। ਜੇਕਰ ਇੱਕ ਵੀ ਮੀਂਹ ਪੈ ਜਾਂਦਾ, ਵੈਸੇ ਹੀ ਪੰਜਾਬ ਦੇ ਵਿੱਚ ਚਾਹੇ ਹਰਿਆਣਾ ਹੋਵੇ, ਦਿੱਲੀ ਹੋਵੇ, ਸਾਰੇ ਪਾਸੇ ਤੋਂ ਜਿਹੜਾ ਹੈਗਾ ਇਹ ਪ੍ਰਦੂਸ਼ਣ ਦਾ ਮਸਲਾ ਕਿਤੇ ਨਾ ਕਿਤੇ ਹੱਲ ਹੁੰਦਾ ਦਿਖਾਈ ਦੇ ਰਿਹਾ। ਪਰ ਗੱਲ ਕਰੀਏ ਇਹਨਾਂ ਸਰਕਾਰਾਂ ਦੀ, ਇਹਨਾਂ ਰਾਜਨੀਤਿਕ ਪਾਰਟੀਆਂ ਦੀ, ਇਹ ਬਿਲਕੁਲ ਵੀ ਜਿਹੜਾ ਹੈਗਾ ਇਸ ਅਹਿਮ ਮੁੱਦੇ 'ਤੇ, ਜੋ ਕਿ ਹਰ ਬੱਚੇ ਦੇ, ਬਜ਼ੁਰਗ ਦੇ ਜੀਵਨ 'ਤੇ ਅਸਰ ਪਾਉਂਦਾ ਹੈ, ਉਸ ਵੱਲ ਧਿਆਨ ਦੇਣ ਲਈ ਬਿਲਕੁਲ ਹੀ ਤਿਆਰ ਨਹੀਂ ਨੇ। ਜਦੋਂ ਕਿ ਲੋੜ ਹੈ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ, ਇਸ 'ਤੇ ਹੱਲ ਲੱਭਣੇ ਚਾਹੀਦੇ ਨੇ। ਜੇ ਗੱਲ ਕਰੀਏ ਤਾਂ ਮੁੱਖ ਤੌਰ 'ਤੇ 2-3 ਗੱਲਾਂ ਸਾਹਮਣੇ ਆਉਂਦੀਆਂ ਨੇ ਜਿਸ ਢੰਗ ਤਰੀਕਿਆਂ ਨਾਲ ਇਹਨਾਂ 'ਤੇ ਨਿਪਟਾਰਾ ਕੀਤਾ ਜਾ ਸਕਦਾ, ਪਰਾਲੀ ਨੂੰ ਸਾਂਭਿਆ ਜਾ ਸਕਦਾ। ਵੀ ਕਿ ਭਾਵੇਂ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਵੀ ਕਿ ਉਹਨਾਂ ਵੱਲੋਂ ਇਸ ਸਾਲ ਜਿਹੜਾ ਹੈ ਪਹਿਲਾਂ ਦੇ ਮੁਕਾਬਲੇ ਵੱਧ ਮਸ਼ੀਨਾਂ ਜਿਹੜੀਆਂ ਹੈਗੀਆਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਹੈ, ਪਰ ਗੱਲ ਕਰੀਏ ਤਾਂ ਉਹ ਸਾਰੀਆਂ ਮਸ਼ੀਨਾਂ ਵੱਡੇ ਕਿਸਾਨਾਂ ਕੋਲ ਗਈਆਂ ਨੇ, ਛੋਟੇ ਕਿਸਾਨਾਂ ਕੋਲ ਕੁਝ ਨਹੀਂ ਗਿਆ। ਅਤੇ ਇਸੇ ਕਰਕੇ ਅਗਜਣੀ ਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ, ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਨੇ। ਕਿਉਂਕਿ 5 ਏਕੜ ਤੱਕ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਮੁੱਖ ਤੌਰ 'ਤੇ ਸਮੱਸਿਆ ਉਹਨਾਂ ਨੂੰ ਆਉਂਦੀ ਹੈ, ਚਾਹੇ ਪਰਾਲੀ ਦੀ ਸੰਭਾਲ 'ਚ ਹੋਵੇ, ਚਾਹੇ ਵੱਖ-ਵੱਖ ਢੰਗ ਤਰੀਕਿਆਂ ਦੀ ਹੋਵੇ, ਅਤੇ ਉਹਨਾਂ ਨੂੰ ਹੀ ਸਰਕਾਰ ਦੀ ਇਹ ਸਹੂਲਤਾਂ ਨਹੀਂ ਮਿਲ ਪਾਉਂਦੀਆਂ ਅਤੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ। ਇਸ ਲਈ ਲੋੜ ਇਹ ਹੈ ਸਭ ਤੋਂ ਪਹਿਲਾਂ ਸਰਕਾਰ ਦੀ ਵੀ ਕਿ ਉਹ ਛੋਟੇ ਕਿਸਾਨਾਂ ਦੀ ਬਾਂਹ ਫੜੇ, ਅਤੇ ਅਜਿਹੀ ਕੋਈ ਵੀ ਜਿਹੜੀ ਚੀਜ਼ ਹੈ ਉਹ ਪਹਿਲਾਂ ਛੋਟੇ ਕਿਸਾਨਾਂ ਤੱਕ ਪਹੁੰਚਦੀ ਕੀਤੀ ਜਾਵੇ, ਤਾਂ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ ਹੈ ਜਾਂ ਛੋਟੇ ਕਿਸਾਨ ਨੂੰ ਜਿਹੜੀ ਦਿੱਕਤਾਂ ਪੇਸ਼ ਆ ਰਹੀਆਂ ਉਸ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਦੂਜੀ ਗੱਲ ਕਰੀਏ ਤਾਂ ਜਿਹੜਾ ਹੁਣ ਤੱਕ ਇੱਕ ਚੀਜ਼ ਆਉਂਦੀ ਹੈ ਕਿ ਪਰਾਲੀ ਦੀ ਸੰਭਾਲ 'ਚ ਆਰਥਿਕ ਬੋਝ ਜਿਹੜਾ ਹੈਗਾ ਕਿਸਾਨ 'ਤੇ ਬਹੁਤ ਪੈਂਦਾ ਹੈ, ਜੋ ਕਿ ਸਭ ਤੋਂ ਵੱਡੀ ਗੱਲ ਹੈ। ਕਿਉਂਕਿ ਪਰਾਲੀ ਦੀ ਸੰਭਾਲ 'ਚ ਚਾਹੇ ਉਹ ਡੀਜ਼ਲ ਫੂਕਦਾ ਹੋਵੇ, ਚਾਹੇ ਹੋਰ ਉਸ ਨੂੰ ਸੰਭਾਲ ਲਈ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੋਵੇ, ਕੁਝ ਵੀ ਹੋਵੇ, ਤਾਂ ਉਸ 'ਤੇ ਡੀਜ਼ਲ ਜਿਹੜਾ ਹੈਗਾ ਬਹੁਤ ਲੱਗਦਾ ਹੈ, ਜਿਸ ਦੀ ਸਾਰਾ ਬੋਝ ਜਿਹੜਾ ਕਿਸਾਨ 'ਤੇ ਪੈਂਦਾ। ਇਸ ਲਈ ਲੋੜ ਇਹੀ ਹੈ, ਪੰਜਾਬ ਸਰਕਾਰ ਕਰ ਸਕਦੀ ਹੈ, ਜੋ ਕਿ ਇੱਕ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਲਿਆ ਜਾ ਸਕਦਾ ਕਿਤੇ ਵੀ ਕਿ ਖੇਤੀਬਾੜੀ ਦੇ ਵਿੱਚ ਮਨਰੇਗਾ ਦੀ ਵਰਤੋਂ ਕੀਤੀ ਜਾਵੇ। ਜਦੋਂ ਝੋਨੇ ਦੇ ਸੀਜ਼ਨ 'ਚ ਵਾਢੀ ਦਾ ਸਮਾਂ ਹੁੰਦਾ ਹੈ ਤਾਂ ਪੰਜਾਬ ਸਰਕਾਰ ਮਨਰੇਗਾ ਵਰਕਰਾਂ ਨੂੰ ਜਿਹੜਾ ਹੈਗਾ ਵਰਤੋਂ 'ਚ ਲੈ ਸਕਦੀ ਹੈ। ਮਨਰੇਗਾ ਦਿਹਾੜੀਆਂ 'ਤੇ ਜਿਹੜਾ ਹੈਗਾ ਪਰਾਲੀ ਦੀ ਸੰਭਾਲ ਹੋ ਸਕਦੀ ਹੈ, ਅਤੇ ਜੇਕਰ ਹਰ ਖੇਤ ਦੇ ਵਿੱਚ 5-7-10 ਮਨਰੇਗਾ ਦੀ ਦਿਹਾੜੀਆਂ ਜਿਹੜੀਆਂ ਦਿੱਤੀਆਂ ਜਾਣ, ਇਸ ਨਾਲ ਪਰਾਲੀ ਦਾ ਜਿਹੜਾ ਹੈ ਮਸਲਾ ਹੱਲ ਹੋ ਸਕਦਾ। ਕਿਉਂਕਿ ਮਨਰੇਗਾ ਦਾ ਸਾਰਾ ਬੋਝ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਹੁੰਦਾ ਹੈ। ਕੇਂਦਰ ਇੱਕ ਬਜਟ ਰੱਖਿਆ ਹੁੰਦਾ ਜੋ ਕਿ ਬਜਟ ਪੂਰਾ ਖਰਚ ਕਦੇ ਵੀ ਨਹੀਂ ਹੁੰਦਾ। ਇਸ ਲਈ ਲੋੜ ਹੈ ਸਾਡੀ ਸਰਕਾਰਾਂ ਇਸ ਤਰ੍ਹਾਂ ਵੀ ਵਿਊਤਬੰਦੀ ਕਰ ਸਕਦੀ ਹੈ, ਪੰਜਾਬ ਸਰਕਾਰ ਵੀ ਮਨਰੇਗਾ ਦੇ ਜਿਹੜੇ ਹੈਗਾ 8 ਤੋਂ 10 ਦਿਹਾੜੀਆਂ, 15 ਦਿਹਾੜੀਆਂ, ਜੋ ਵੀ ਹੈਗਾ ਇੱਕ ਫੈਸਲਾ ਕੀਤਾ ਜਾ ਸਕਦਾ ਵੀ ਕਿ ਹਰ ਖੇਤ ਵਿੱਚ ਦੇ ਕੇ ਪਰਾਲੀ ਦੀ ਸੰਭਾਲ ਕੀਤੀ ਜਾ ਸਕਦੀ ਹੈ ਜਾਂ ਉਸ ਦਾ ਹੱਲ ਕੱਢਿਆ ਜਾ ਸਕਦਾ।
ਇਸ ਤਰ੍ਹਾਂ ਜਿਹੜਾ ਹੈਗਾ ਹੱਲ ਕੱਢੇ ਜਾ ਸਕਦੇ ਨੇ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਸਾਡੀ ਰਾਜਨੀਤਿਕ ਪਾਰਟੀਆਂ ਨੂੰ ਸਭ ਤੋਂ ਵੱਡੀ ਗੱਲ ਇਸ ਬਾਰੇ ਰਾਜਨੀਤੀ ਕਰਨ ਦੀ ਥਾਂ 'ਤੇ ਇਸ ਬਾਰੇ ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਪਰਾਲੀ ਦੇ ਮੁੱਦੇ ਦਾ ਹੱਲ ਕੱਢਿਆ ਜਾ ਸਕੇ। ਕਿਉਂਕਿ ਚਾਹੇ ਉਹ ਪੰਜਾਬ ਸਰਕਾਰ, ਹਰਿਆਣਾ ਹੋਵੇ, ਕੇਂਦਰ ਹੋਵੇ, ਚਾਹੇ ਇਹਨਾਂ ਥਾਵਾਂ 'ਤੇ ਕਾਬਜ਼, ਚਾਹੇ ਆਮ ਆਦਮੀ ਪਾਰਟੀ ਹੋਵੇ, ਭਾਜਪਾ ਹੋਵੇ, ਚਾਹੇ ਵਿਰੋਧੀ ਧਿਰ ਦੇ ਵਿੱਚ ਬੈਠੀ ਕਾਂਗਰਸ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਹੋਰ ਵੀ ਕੋਈ ਸਿਆਸੀ ਧਿਰ ਹੋਵੇ, ਸਾਰਿਆਂ ਨੂੰ ਬੈਠ ਕੇ ਇੱਕ ਮੰਥਨ ਕਰਨਾ ਚਾਹੀਦਾ। ਉਹਨਾਂ ਨੂੰ ਇਸ ਦੇ ਵਿੱਚ ਖੇਤੀ ਮਾਹਰ ਵੀ ਬਿਠਾਉਣੇ ਚਾਹੀਦੇ ਨੇ, ਕਿਸਾਨ ਵੀ ਬਿਠਾਉਣੇ ਚਾਹੀਦੇ ਨੇ, ਅਰਥ ਸ਼ਾਸਤਰੀ ਵੀ ਬਿਠਾਉਣੇ ਚਾਹੀਦੇ ਨੇ। ਉਹ ਸਾਰਿਆਂ ਨੂੰ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਵੀ ਕਿ ਇਹ ਪਰਾਲੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ। ਕਿਉਂਕਿ ਹਰ ਸਾਲ ਸਾਰੀਆਂ ਰਾਜਨੀਤਿਕ ਪਾਰਟੀਆਂ, ਸਰਕਾਰਾਂ ਝੋਨੇ ਦੀ ਵਾਢੀ ਸਮੇਂ ਜਿਹੜਾ ਹੈਗਾ ਇਹ ਪਰਾਲੀ ਦੇ ਮੁੱਦੇ 'ਤੇ ਵਿਚਾਰ ਚਰਚਾ ਕਰਦੀਆਂ ਨੇ, ਗੱਲਬਾਤ ਕਰਦੀਆਂ ਨੇ। ਜਦੋਂ ਕਿ ਲੋੜ ਹੈ ਇਸ ਸਾਲ ਪਰਾਲੀ ਦਾ ਸੀਜ਼ਨ ਜਿਹੜਾ ਝੋਨੇ ਦਾ ਸੀਜ਼ਨ ਖਤਮ ਹੋਣ 'ਤੇ ਹੈ ਅਤੇ ਪਰਾਲੀ ਦੀਆਂ ਜਿੰਨੀਆਂ ਸਾੜਨ ਦੀਆਂ ਘਟਨਾਵਾਂ ਸੀ ਲਗਭਗ ਖਤਮ ਹੋਣ ਕੰਢੇ ਪਹੁੰਚ ਚੁੱਕੀਆਂ ਨੇ। ਅਤੇ ਲੋੜ ਸਰਕਾਰਾਂ ਨੂੰ ਇਹੀ ਹੈ ਵੀ ਕਿ ਉਹ ਪਰਾਲੀ ਦੇ ਨਿਪਟਾਰੇ ਲਈ ਹੁਣੀ ਅਗਲੇ ਸਾਲ ਲਈ ਜਿਹੜਾ ਹੈਗਾ ਕੋਈ ਰਣਨੀਤੀ, ਕੋਈ ਵਿਊਤਬੰਦੀ ਬਣਾਉਣੀ ਸ਼ੁਰੂ ਕਰੇ, ਤਾਂ ਜੋ ਅਗਲੇ ਸਾਲ ਪਰਾਲੀ ਦਾ ਸੀਜ਼ਨ ਜਿਹੜਾ ਝੋਨੇ ਦਾ ਸੀਜ਼ਨ ਆਵੇਗਾ ਉਦੋਂ ਤੱਕ ਪਰਾਲੀ ਦੀ ਸੰਭਾਲ ਲਈ ਕਹਿ ਲਈਏ, ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਕੋਈ ਨਾ ਕੋਈ ਪੁਖਤਾ ਹੱਲ ਜਿਹੜਾ ਹੈਗਾ ਕੱਢਿਆ ਜਾ ਸਕਦਾ। ਇਸ ਲਈ ਲੋੜ ਇਹੀ ਹੈ ਸਾਡੀਆਂ ਸਰਕਾਰਾਂ ਨੂੰ, ਮਾਹਰਾਂ ਨੂੰ, ਉਹ ਹੁਣੀ ਤੋਂ ਇਸ ਬਾਰੇ ਵਿਚਾਰ ਚਰਚਾ ਕਰਨੀ ਸ਼ੁਰੂ ਕਰ ਦੇਣ, ਤਾਂ ਜੋ ਪਰਾਲੀ ਨੂੰ ਸਾਂਭਿਆ ਜਾ ਸਕੇ ਜਾਂ ਉਸ ਨੂੰ ਸਾੜਨ ਤੋਂ ਜਿਹੜਾ ਹੈਗਾ ਬਚਾਇਆ ਜਾ ਸਕੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਬਚਦਾ। ਪਰਾਲੀ ਨਾਲ ਹੋਣ ਵਾਲਾ ਜਿਹੜਾ ਬਹੁਤ ਧੂੰਆਂ ਅਸਮਾਨ ਦੇ ਵਿੱਚ ਚੜ੍ਹ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ, ਉਹ ਵੀ ਘਟੇਗਾ। ਇਸ ਲਈ ਲੋੜ ਇਹੀ ਹੈ ਸਾਡੀਆਂ ਸਰਕਾਰਾਂ ਨੂੰ ਹੁਣੀ ਤੋਂ ਤਿਆਰੀ ਕਰੇ, ਨਹੀਂ ਤਾਂ ਝੋਨੇ ਦਾ ਸੀਜ਼ਨ ਹਰ ਸਾਲ ਆਉਂਦਾ ਹੈ, ਪਰਾਲੀ ਹਰ ਸਾਲ ਜਲਦੀ ਹੈ ਅਤੇ ਪਰਾਲੀ ਸੜਨ ਦੇ ਨਾਲ ਹੀ ਜਿਹੜਾ ਹੈਗਾ ਇਹ 1.5 ਤੋਂ 2 ਮਹੀਨੇ ਰਾਜਨੀਤਿਕ ਪਾਰਟੀਆਂ ਦੀ ਰਾਜਨੀਤੀ ਹਰ ਵਾਰ ਚੱਲਦੀ ਹੈ। ਇਹ ਜਿਉਂ ਦੀ ਤਿਉਂ ਜਿਹੜੀ ਹੈਗੀ ਚੱਲਦੀ ਰਹੇਗੀ, ਕਿਉਂਕਿ ਝੋਨੇ ਦਾ ਸੀਜ਼ਨ ਵੀ ਹਰ ਸਾਲ ਆਉਣਾ ਹੈ, ਪਰਾਲੀ ਵੀ ਉਸੇ ਤਰ੍ਹਾਂ ਸੜਨੀ ਹੈ। ਇਸ ਲਈ ਲੋੜ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਇਹੀ ਹੈ ਉਹ ਪਰਾਲੀ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੀ ਥਾਂ 'ਤੇ ਬੈਠ ਕੇ ਵਿਚਾਰ ਚਰਚਾ ਕਰੇ, ਗੱਲਬਾਤ ਕਰੇ ਅਤੇ ਇਸ ਦਾ ਕੋਈ ਠੋਸ ਹੱਲ ਕੱਢੇ, ਤਾਂ ਜੋ ਸਾਡੇ ਵਾਤਾਵਰਨ ਨੂੰ ਵੀ ਬਚਾਇਆ ਜਾ ਸਕੇ, ਸਾਡੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਜਾਂ ਹਰ ਕਿਸੇ ਦੇ ਜੀਵਨ 'ਤੇ ਜਿਹੜਾ ਅਸਰ ਪੈਂਦਾ ਹੈ ਪਰਾਲੀ ਦੇ ਪ੍ਰਦੂਸ਼ਣ ਕਰਕੇ, ਉਸ ਨੂੰ ਬਚਾਇਆ ਜਾ ਸਕੇ। ਅਤੇ ਇਸ ਦੇ ਨਾਲ ਹੀ ਸਭ ਤੋਂ ਮੁੱਖ ਤੌਰ 'ਤੇ ਗੱਲ ਕਰੀਏ ਪਰਾਲੀ ਸਾੜਨ ਨਾਲ ਜੋ ਕਿ ਸਾਡੇ ਜ਼ਮੀਨ ਦੇ ਤੱਤ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ, ਉਹ ਤੱਤ ਬਚਾਏ ਜਾ ਸਕਣ, ਤਾਂ ਜੋ ਸਾਡੀ ਸੂਬੇ ਦੇ ਵਿੱਚ ਖੇਤੀਬਾੜੀ ਬਚਾਈ ਜਾ ਸਕੇ। ਕਿਉਂਕਿ ਜੇਕਰ ਜ਼ਮੀਨਾਂ ਦੇ ਤੱਤ ਹੀ ਖਤਮ ਹੋ ਜਾਣਗੇ ਤਾਂ ਖੇਤੀਬਾੜੀ ਵੀ ਕਿੰਨਾ ਕੁ ਚਿਰ ਚੱਲੂਗੀ। ਇਸ ਲਈ ਲੋੜ ਇਹੀ ਹੈ ਵੀ ਕਿ ਸਾਡੇ ਉਹਨਾਂ ਜ਼ਮੀਨਾਂ ਨੂੰ ਵੀ ਬਚਾਇਆ ਜਾ ਸਕੇ ਜਿੱਥੇ ਕਿ ਅਸੀਂ ਅੱਗ ਲਾਉਂਦੇ ਹਾਂ। ਅਤੇ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਇਹੀ ਅਪੀਲ ਹੈ ਵੀ ਕਿ ਉਹ ਇਸ ਦਾ ਕੋਈ ਠੋਸ ਹੱਲ ਕੱਢਣ। ਦੇਖਣਾ ਇਹੀ ਹੋਵੇਗਾ ਕਿ ਸਾਡੀ ਰਾਜਨੀਤਿਕ ਪਾਰਟੀਆਂ, ਸਾਡੀਆਂ ਸਰਕਾਰਾਂ ਹੁਣੇ ਤੋਂ ਅਗਲੇ ਸਾਲ ਲਈ ਕੋਈ ਨਾ ਕੋਈ ਰਣਨੀਤੀ, ਕੋਈ ਵਿਊਤਬੰਦੀ ਬਣਾਉਣੀ ਸ਼ੁਰੂ ਕਰਦੀ ਹੈ, ਕੋਈ ਰਿਸਰਚ ਸ਼ੁਰੂ ਕਰਦੀ ਹੈ ਕਿ ਤਾਂ ਜੋ ਪਰਾਲੀ ਨੂੰ ਕਿਵੇਂ ਸਾਂਭਿਆ ਜਾ ਸਕੇ, ਜਾਂ ਫਿਰ ਅਗਲੇ ਸਾਲ ਜਿਹੜਾ ਹੈਗਾ ਝੋਨੇ ਦੇ ਵਾਢੀ ਦੇ ਸਮੇਂ ਮੁੜ ਪਰਾਲੀ ਦਾ ਮੁੱਦਾ ਉੱਭਰ ਕੇ ਸਾਹਮਣੇ ਆਵੇਗਾ। ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ। ਪਰ ਪੰਜਾਬੀ ਟ੍ਰਿਬਿਊਨ ਲਗਾਤਾਰ ਤੁਹਾਡੇ ਤੱਕ ਲੋਕਾਂ ਦੇ ਮੁੱਦਿਆਂ ਨੂੰ, ਲੋਕਾਂ ਦੇ ਸਮੱਸਿਆਵਾਂ ਨੂੰ ਉਠਾਉਂਦਾ ਰਹੇਗਾ, ਤੁਹਾਡੇ ਅੱਗੇ, ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।